ਨਾਵਲ ਗੋਲੀ ਚੱਲਦੀ ਗਈ ਅਥਵਾ ਬੱਬਰਾਂ ਦੀ ਵਿੱਥਿਆ। ਭਾਗ ਨੰਬਰ 33। ਜਿਵੇਂ ਹਰ ਜੀਵਨ ਅਧੂਰਾ ਹੈ, ਤਿਵੇਂ ਮਨੁੱਖੀ ਮਨ ਦੇ ਵਿਚਾਰ, ਉਸ ਦੀਆਂ ਸਦਰਾਂ ਸਦਾ ਅਧੂਰੀਆਂ ਹੀ ਰਹੀਆਂ ਹਨ। ਅਧੂਰੇਪਨ ਦੀ ਹੱਦ, ਸੰਤੋਖ ਤੇ ਭਾਣੇ ਦਾ ਆਸਰਾ ਲੈ ਕੇ ਜੋ ਜੀਵਨ ਦੇ ਦਿਨ ਬਤੀਤ ਕਰਦਾ ਹੈ, ਉਹ ਸਦਾ ਸੁਖੀ ਰਹਿੰਦਾ ਹੈ। ਪਰ ਐਸਾ ਪੁਰਸ਼ ਕੋਈ ਵਿਰਲਾ ਹੀ ਹੁੰਦਾ ਹੈ। ਆਮ ਇਸਤਰੀ ਪੁਰਸ਼ ਅਧੂਰੇ ਜੀਵਨ ਤੇ ਪਛਤਾਉਂਦੇ ਹੋਏ ਹੀ ਨਿਰਾਸ਼ਤਾ ਦੇ ਭਾਰ ਹੇਠਾਂ ਜੀਵਨ ਦੇ ਦਿਨ ਕੱਟ ਜਾਂਦੇ ਹਨ। ਆਜ਼ਾਦੀ ਦੇ ਸੰਗਰਾਮ ਦੇ ਦਿਨਾਂ ਵਿੱਚ ਨਿਹਾਲੋ ਜਵਾਨ ਹੋਈ। ਭਾਵੇਂ ਉਹ ਇੱਕ ਪੇਂਡੂ ਸ਼ਰਮ ਹਯਾ ਮਾਂ-ਬਾਪ ਤੇ ਸਮਾਜ ਦਾ ਡਰ ਮੰਨਣ ਵਾਲੀ ਸੀ, ਫਿਰ ਵੀ ਉਸ ਦੇ ਕੋਲ ਦਿਲ ਸੀ, ਜਵਾਨ, ਰੰਗੀਲਾ ਪਿਆਰ ਤੇ ਜੋਸ਼ ਵਾਲਾ ਦਿਲ। ਸਮੇਂ ਦੀ ਕਠੋਰਤਾ, ਸਰਮਾਏਦਾਰੀ ਤੇ ਜਗੀਰਦਾਰੀ ਦੀ ਕਰੂਪਤਾ ਅਤੇ ਵਿਗੜੀਆਂ ਜਵਾਨੀਆਂ ਨੇ ਉਸ ਨੂੰ ਡਰਾਇਆ, ਉਸ ਦੇ ਜੀਵਨ ਦੀ ਪਵਿੱਤਰਤਾ ਭੰਗ ਕਰਨ ਦਾ ਯਤਨ ਕੀਤਾ। ਪਰ ਕੁਦਰਤ ਵੱਲੋਂ ਉਹ ਹਰ ਖਤਰੇ ਤੋਂ ਬਚਦੀ ਰਹੀ ਤੇ ਸਹਿਮੀ ਰਹੀ। ਫਿਰ ਵੀ ਉਸ ਦੇ ਧੜਕਦੇ ਦਿਲ ਤੇ ਨਿਰਮਲ ਨੇਤਰਾਂ ਵਿੱਚ ਪਿਆਰ ਦੀ ਝਲਕ ਸੀ। ਉਹ ਰਾਮ ਸਿੰਘ ਨਾਲ ਪਿਆਰ ਕਰਦੀ ਸੀ, ਉਸ ਨੂੰ ਜੀਵਨ ਸਾਥੀ ਬਣਾਉਣਾ ਚਾਹੁੰਦੀ ਸੀ, ਪਰ ਜ਼ੁਬਾਨ ਨਹੀਂ ਸੀ ਖੋਲ੍ਹ ਸਕਦੀ। ਸ਼ਰਮ ਤੇ ਡਰ ਦਾ ਜੰਦਰਾ ਉਸਦੀ ਜ਼ੁਬਾਨ ਨੂੰ ਵੱਜਾ ਹੋਇਆ ਸੀ। ਮੰਗੋ ਕੋਲ ਉਸਨੇ ਪਿਆਰ ਭੇਤ ਪ੍ਰਗਟ ਕੀਤਾ ਸੀ। ਉਸਨੇ ਭਰੋਸਾ ਦਿੱਤਾ ਸੀ ਕਿ ਉਹ ਨਿਹਾਲੋ ਦੀ ਮਾਸੀ ਨੂੰ ਦੱਸੇਗੀ, ਪਰ ਮੰਗੋ ਤਾਂ ਆਪ ਔਕੜਾਂ ਵਿੱਚ ਫਸ ਗਈ। ਨਿਹਾਲੋ ਨੂੰ ਵੀ ਕੁਝ ਦਿਨ ਘਰੋਂ ਬਾਹਰ ਰਹਿਣਾ ਪਿਆ। ਉਸਦੇ ਸੁਪਨੇ ਅਧੂਰੇ ਰਹੇ। ਉਸਦੀ ਮਾਸੀ, ਮਾਤਾ ਤੇ ਬਾਪ ਨੇ ਮਿਲ ਕੇ ਛੇਤੀ ਤੋਂ ਛੇਤੀ ਉਸਦਾ ਵਿਆਹ ਕਰ ਦੇਣਾ ਹੀ ਠੀਕ ਸਮਝਿਆ। ਆਦਮਪੁਰ ਵਿੱਚ ਨਿਹਾਲੋ ਦਾ ਵਿਆਹ ਰਚਾਇਆ ਗਿਆ। ਭਾਈਚਾਰਕ ਸਬੰਧ ਚੰਗੇ ਸਨ। ਸਾਰੇ ਪਿੰਡ ਨੇ ਮਿਲ ਵਰਤਨ ਦਿੱਤਾ। ਥੋੜਾ ਜਿਹਾ ਮੇਲ ਸੱਦਿਆ। ਸਿਰਫ ਨੇੜੇ ਦੇ ਰਿਸ਼ਤੇਦਾਰ ਆਏ, ਕਿਉਂਕਿ ਸੋਹਣ ਸਿੰਘ ਬੇਸੁਰ ਹੋ ਕੇ ਧੀ ਦਾ ਵਿਆਹ ਕਰ ਰਿਹਾ ਸੀ। ਉਸ ਦਲੇਰ ਮਰਦ ਨੇ ਇਹ ਜਾਤਾ ਸੀ ਕਿ ਧੀ ਦੇ ਹੱਥ ਪੀਲੇ ਕਰਕੇ ਉਹ ਸੁਰਖਰੂ ਹੋ ਜਾਏਗਾ। ਆਖਰ ਧੀ ਦੇ ਧਰਮ ਦਾ ਸਵਾਲ ਸੀ। ਬਾਕੀ ਦੀਆਂ ਔਕੜਾਂ ਉਹ ਸਿਰ ਤੇ ਝੱਲ ਸਕਦਾ ਸੀ। ਨਿਹਾਲੋ ਮਾਈਏ ਪਈ, ਚੂੜਾ ਚੜਾਇਆ ਗਿਆ, ਗਾਨਾ ਬੰਨਿਆ ਗਿਆ ਤੇ ਘਰ ਬੰਦ ਰਹਿਣ ਲੱਗੀ। ਮੇਲ ਆਇਆ, ਘਰ ਵਿੱਚ ਰੌਣਕ ਹੋਈ। ਕੁੜੀਆਂ ਉਸਦੇ ਕੋਲ ਬੈਠ ਕੇ ਉਸਦਾ ਦਿਲ ਬਹਿਲਾਉਣ ਲੱਗੀਆਂ। ਬਰਾਤ ਆਉਣ ਵਿੱਚ ਅਜੇ ਕੁਝ ਸਮਾਂ ਸੀ ਕਿ ਤਰਕਾਲਾਂ ਨੂੰ ਧਰਮ ਸਿੰਘ ਤੇ ਰਾਮ ਸਿੰਘ ਵਿਆਹ ਵਾਲੇ ਘਰ ਦਾਖਲ ਹੋਏ। ਉਹਨਾਂ ਨੇ ਭੇਸ ਬਦਲੇ ਹੋਏ ਸੀ। ਉਹ ਨਿਰਮਲੇ ਸਾਧੂ ਬਣੇ ਹੋਏ ਸਨ। ਉਹਨਾਂ ਨੂੰ ਪਛਾਣਨਾ ਔਖਾ ਸੀ। ਧਰਮ ਸਿੰਘ ਨੇ ਨਿਹਾਲੋ ਦੀ ਮਾਸੀ ਨੂੰ ਦੇਖ ਕੇ ਕੋਲ ਸੱਦਿਆ ਤੇ ਪਾਸੇ ਕਰਕੇ ਕਿਹਾ, ਚਾਚੀ, ਮੈਂ ਧਰਮ ਸਿੰਘ ਹਾਂ, ਮੰਗੋ ਦਾ ਪੁੱਤਰ। ਕੁਝ ਪਤਾ ਮਾਂ ਦਾ? ਨਿਹਾਲੋ ਦੀ ਮਾਸੀ ਕੁਝ ਸਮਝਦਾਰ ਤੇ ਹੌਸਲੇ ਵਾਲੀ ਤੀਵੀਂ ਸੀ। ਉਸਨੇ ਉੱਤਰ ਦੇਣ ਤੋਂ ਪਹਿਲਾਂ ਦੋਹਾਂ ਨੂੰ ਇੱਕ ਪਾਸੇ ਅੰਦਰ ਬਿਠਾਇਆ, ਜਲ ਪਾਣੀ ਪੁੱਛਿਆ ਅਤੇ ਇਕਾਂਤ ਵਿੱਚ ਦੱਸਿਆ, ਉਹ ਤਾਂ ਪਿੰਡ ਆਈ ਹੀ ਨਹੀਂ। ਸੁਣਿਆ ਸ਼ਾਮੇ ਅਮਲੀ ਨੇ ਪੁਲਿਸ ਦੇ ਹਵਾਲੇ ਕਰ ਦਿੱਤੀ ਸੀ। ਸ਼ਾਮਾ ਦੁਸ਼ਟ ਵੀ ਬੁਰੀ ਮੌਤੇ ਮਾਰਿਆ ਗਿਆ। ਚਾਚੀ, ਮਾਂ ਨੂੰ ਪੁਲਿਸ ਨੇ ਬਹੁਤ ਤੰਗ ਕੀਤਾ, ਮਾਰਿਆ ਕੁੱਟਿਆ, ਲਾਹੌਰ ਰੱਖਿਆ। ਪਰ ਆਖਦੇ ਹਨ ਉਹ ਕੁੱਟ ਨਾ ਸਹਿ ਸਕੀ ਤੇ ਪਾਗਲ ਹੋ ਗਈ। ਪਾਗਲ ਹੋਈ ਦੇਖ ਕੇ ਪੁਲਿਸ ਨੇ ਛੱਡ ਦਿੱਤੀ। ਹੁਣ ਉਹ ਇੱਧਰ ਕਿਤੇ ਫਿਰਦੀ ਦੱਸੀ ਜਾਂਦੀ ਹੈ। ਧਰਮ ਸਿੰਘ ਨੇ ਆਖਿਆ, ਹਾਏ ਮੈਂ ਮਰਾਂ, ਕੈਸੇ ਭਾਣੇ ਵਰਤ ਗਏ। ਇੱਥੇ ਤਾਂ ਨਹੀਂ ਆਈ, ਕੀ ਪਤਾ ਵਿਚਾਰੀ ਕਿਸ ਹਾਲਤ ਵਿੱਚ ਹੋਏਗੀ। ਨਿਹਾਲੋ? ਧਰਮ ਸਿੰਘ ਨੇ ਪੁੱਛਿਆ। ਅੰਦਰ ਬੈਠੀ ਹੈ, ਵਿਆਹ ਦੇਣ ਲੱਗੇ ਆਂ। ਰਾਣੀਪੁਰ ਦੇ ਜ਼ੈਲਦਾਰਾਂ ਨੇ ਉਹਨਾਂ ਨੂੰ ਵਸਣ ਨਹੀਂ ਦਿੱਤਾ। ਕੋਈ ਡਰ ਨਹੀਂ, ਆਪ ਵੀ ਤਾਂ ਨਹੀਂ ਵਸੇ। ਚੰਗਾ ਹੈ, ਵਿਆਹ ਕਰਨ ਲੱਗੇ ਹੋ। ਨਿਹਾਲੋ ਦੀ ਮਾਸੀ ਨੇ ਦੋਹਾਂ ਨੂੰ ਮਿੱਠਾ ਪਾਣੀ ਪਿਲਾਇਆ ਤੇ ਰੋਟੀ ਪੁੱਛੀ। ਗੱਲਾਂ ਕਰਨ ਪਿੱਛੋਂ ਧਰਮ ਸਿੰਘ ਨੇ ਨਿਹਾਲੋ ਦੀ ਮਾਸੀ ਨੂੰ ਕਿਹਾ, ਚਾਚੀ, ਇਹ ਲੈ 200 ਰੁਪਇਆ, ਨਿਹਾਲੋ ਭੈਣ ਨੂੰ ਟੂਮ ਬਣਾ ਦੇਣੀ।
ਸਾਡਾ ਤਾਂ ਕੋਈ ਪਤਾ ਨਹੀਂ। ਸਾਰੇ ਸਾਥੀ ਫੜੇ ਜਾ ਰਹੇ ਨੇ, ਕੁਝ ਸ਼ਹੀਦ ਹੋ ਗਏ। ਕੀ ਪਤਾ ਫੜੇ ਜਾਣ ਪਿੱਛੋਂ ਫਾਂਸੀ ਦੀ ਸਜ਼ਾ ਮਿਲੇ ਕਿ ਕਾਲੇ ਪਾਣੀ ਦੀ। ਇਹ ਆਖ ਕੇ ਧਰਮ ਸਿੰਘ ਨੇ ਚਾਂਦੀ ਦੇ ਰੁਪਇਆਂ ਦੀ ਇੱਕ ਥੈਲੀ ਝੋਲੇ ਵਿੱਚੋਂ ਕੱਢ ਕੇ ਨਿਹਾਲੋ ਦੀ ਮਾਸੀ ਨੂੰ ਫੜਾਈ ਤੇ ਕਿਹਾ, ਭੈਣ ਨੂੰ ਰੱਤਾ ਸੱਦੋ। 200 ਰੁਪਏ ਦੀ ਥੈਲੀ ਤਾਂ ਨਿਹਾਲੋ ਦੀ ਮਾਸੀ ਨੇ ਨਾ ਫੜੀ। ਉਹ ਜਿੱਥੇ ਰੱਖੀ ਉੱਥੇ ਪਈ ਰਹੀ। ਪਰ ਉਹ ਖੁਸ਼ੀ ਤੇ ਗਮੀ ਦੇ ਮਿਲਵੇਂ ਭਾਵ ਨਾਲ ਪ੍ਰੇਰਿਤ ਹੋ ਕੇ ਕੁਝ ਹੈਰਾਨ ਜਿਹੀ ਹੋਈ ਉੱਠ ਕੇ ਚਲੀ ਗਈ ਤੇ ਨਾਲ ਦੇ ਕੋਠੇ ਵਿੱਚੋਂ ਨਿਹਾਲੋ ਨੂੰ ਸੱਦ ਲਿਆਈ। ਉਸ ਨੂੰ ਦੱਸ ਦਿੱਤਾ ਕਿ ਧਰਮ ਸਿੰਘ ਆਇਆ ਹੈ। ਮਾਈਏ ਪਈ ਕਲੀਰੇ ਹੱਥੀਂ ਬੰਨੀ ਨਿਹਾਲੋ ਦੋਹਾਂ ਦੇ ਕੋਲ ਆਈ। ਖੁਸ਼ੀ ਨਾਲ ਉਸਦਾ ਦਿਲ ਧੜਕਣ ਲੱਗ ਪਿਆ। ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਬੋਲ ਨਾ ਸਕੀ, ਖਲੋ ਗਈ। ਧਰਮ ਸਿੰਘ ਉੱਠਿਆ। ਉਸਨੇ ਉਹਦੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ, ਤਕੜੀਆਂ ਨਿਹਾਲੋ। ਆਹੋ ਭਾਊ, ਮੁਸ਼ਕਿਲ ਨਾਲ ਉਸਦੀ ਜ਼ੁਬਾਨੋਂ ਨਿਕਲਿਆ। ਇਹ ਦੇਖ, ਸੰਤ ਮਹਾਤਮਾ ਬਣੇ ਹੋਏ ਰਾਮ ਸਿੰਘ ਆਖਦਾ ਸੀ, ਇੱਕ ਵਾਰ ਜ਼ਰੂਰ ਮਿਲਣਾ ਹੈ, ਨਿਹਾਲੋ ਨੂੰ ਦੇਖਣਾ ਹੈ। ਨਿਹਾਲੋ ਨੇ ਦੇਖਿਆ। ਪਛਾਣ ਤਾਂ ਉਸਨੇ ਪਹਿਲਾਂ ਹੀ ਲਿਆ ਸੀ, ਪਰ ਉਹ ਕੀ ਆਖਦੀ, ਕਿਵੇਂ ਮਨ ਦੇ ਭੇਦ ਪ੍ਰਗਟ ਕਰਦੀ। ਉਸਦੀ ਜੰਝ ਆਉਣੀ ਸੀ। ਮੇਲ ਘਰ ਆਇਆ ਸੀ। ਉਸਦੀ ਬਾਹੀਂ ਚੂੜਾ ਪੈ ਚੁੱਕਾ ਸੀ। ਮਾਸੀ ਕੋਲ ਸੀ। ਮੋਟੀਆਂ ਅੱਖਾਂ ਖੋਲੀਆਂ, ਪੂਰੀ ਜੋਤਨਾ ਨਾਲ ਦੇਖਿਆ ਤੇ ਸਿਰਫ ਇਹੋ ਕਿਹਾ, ਦੇਖ ਲਓ। ਰੱਤਾ ਕੋ ਰੁਕ ਕੇ ਫਿਰ ਹੌਲੀ ਜਿਹੀ ਬੋਲੀ, ਹੀਰ ਵਾਂਗ ਰੋਂਦੀ ਨੂੰ ਡੋਲੀ ਪਾ ਕੇ ਤੋੜ ਦਿੱਤਾ ਜਾਏਗਾ। ਕੀ ਪਤਾ ਫਿਰ ਮੇਲ ਹੋਏ ਕਿ ਨਾ। ਜ਼ਰੂਰ ਮਿਲਾਂਗਾ। ਨਿਹਾਲੋ ਦੀ ਸੂਰਤ, ਉਸਦੇ ਹੰਝੂਆਂ ਤੇ ਉਹਦੇ ਬੋਲ ਨਾਲ ਰਾਮ ਸਿੰਘ ਬੋਲਿਆ। ਰਾਮ ਸਿੰਘ ਦੇ ਦਿਲ ਦੀ ਹਾਲਤ ਬਦਲ ਚੁੱਕੀ ਸੀ। ਦਿਲ ਦਿਮਾਗ ਵਿੱਚ ਖਲਬਲੀ ਮਚ ਗਈ ਸੀ। ਉਹ ਵੀ ਸੋਚਦਾ ਸੀ ਕੀ ਆਖੇ, ਕੀ ਕਰੇ। ਉਹ ਮੈਦਾਨੇ ਜੰਗ ਦਾ ਸਿਪਾਹੀ ਸੀ। ਬਰਤਾਨਵੀ ਸਾਮਰਾਜ ਦੀ ਸਾਰੀ ਪੁਲਿਸ ਤੇ ਫੌਜ ਉਸਦੀ ਭਾਲ ਵਿੱਚ ਸੀ। ਭਵਿੱਖਤ ਦਾ ਕੀ ਪਤਾ, ਉਸਨੂੰ ਕੈਦ ਹੋਣੀ ਸੀ ਕਿ ਫਾਂਸੀ। ਉਸਦੇ ਥਰ ਥਰਾਂਦੇ ਬੁੱਲਾਂ ਵਿੱਚੋਂ ਸਿਰਫ ਇਹੋ ਨਿਕਲਿਆ, ਜ਼ਰੂਰ ਮਿਲਾਂਗੇ। ਕੱਲ ਤੱਕ ਰਹੋਗੇ? ਨਿਹਾਲੋ ਨੇ ਪੁੱਛਿਆ। ਹਾਂ, ਧਰਮ ਸਿੰਘ ਨੇ ਉੱਤਰ ਦਿੱਤਾ। ਪਰ ਰਹਾਂਗੇ ਬਾਹਰ, ਲਾਵਾਂ ਵੇਲੇ ਬੈਠਾਂਗੇ। ਨਿਹਾਲੋ ਕੁਝ ਆਖਣ ਲੱਗੀ ਸੀ ਕਿ ਉਸਦੀ ਮਾਸੀ ਤੇ ਦੋ ਮੇਲਣਾ ਆ ਗਈਆਂ। ਮੇਲਣਾ ਨੇ ਦੋਹਾਂ ਨੂੰ ਸੱਚਮੁੱਚ ਸੰਤ ਜਾਤਾ ਤੇ ਉਹਨਾਂ ਨੂੰ ਮੱਥੇ ਟੇਕ ਦਿੱਤੇ। ਦੋਹਾਂ ਨੇ ਅੱਗੋਂ ਸ਼ੁਭ ਅਸੀਸਾਂ ਦਿੱਤੀਆਂ ਤੇ ਬਚਨ ਵਿਲਾਸ ਹੋਣ ਲੱਗ ਪਏ। ਨਿਹਾਲੋ ਰੱਤਾ ਦੂਰ ਹੋ ਕੇ ਬੈਠ ਗਈ ਤੇ ਧਰਮ ਸਿੰਘ ਵੱਲ ਦੇਖੀ ਤੇ ਸੋਚੀ ਜਾਣ ਲੱਗੀ, ਉਹ ਕੀ ਆਖੇ। ਬਰਾਤ ਆ ਗਈ। ਪਿੰਡ ਵਿੱਚ ਰੌਣਕ ਹੋ ਗਈ। ਵਾਜਾ ਤੇ ਆਤਿਸ਼ਬਾਜ਼ੀ ਜਾਂਜੀ ਨਾਲ ਲਿਆਏ ਸਨ। ਅੱਧੀ ਰਾਤ ਤੱਕ ਧੂਮ-ਧਾਮ ਰਹੀ ਤੇ ਫਿਰ ਚੁੱਪ। ਅਗਲਾ ਦਿਨ ਚੜ੍ਹਿਆ। ਭਾਈ ਸੱਦਿਆ ਗਿਆ। ਬਾਬੇ ਦੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰੇ ਚੋਂ ਘਰ ਲਿਆ ਕੇ ਪ੍ਰਕਾਸ਼ ਕੀਤਾ ਗਿਆ। ਜਾਂਜੀ ਤੇ ਮਾਂਝੀ ਬੈਠ ਗਏ। ਭਾਈ ਜੀ ਸ਼ਬਦ ਪੜ੍ਹਨ ਲੱਗੇ। ਸ਼ਬਦਾਂ ਦੇ ਪਿੱਛੋਂ ਲਾਵਾਂ ਹੋਈਆਂ। ਲਾਵਾਂ ਦੇ ਸਮੇਂ ਚਾਦਰ ਤੇ ਫੁਲਕਾਰੀ ਵਿੱਚ ਵਲੇਟੀ ਹੋਈ ਨਿਹਾਲੋ ਚਾਚੇ, ਮਾਸੜ ਤੇ ਭਰਾਵਾਂ ਦੇ ਹੱਥਾਂ ਦੇ ਆਸਰੇ ਲਾੜੇ ਦੇ ਪਿੱਛੇ ਪਿੱਛੇ ਫਿਰਦੀ ਰਹੀ। ਉਸਦਾ ਮੂੰਹ ਸਿਰ ਇੰਨਾ ਕੱਜਿਆ ਸੀ ਕਿ ਉਸਨੂੰ ਕਿਸੇ ਇਸਤਰੀ ਪੁਰਸ਼ ਦਾ ਪਤਾ ਨਹੀਂ ਸੀ। ਉਸਨੇ ਤਾਂ ਆਪਣੇ ਹੋਣ ਵਾਲੇ ਪਤੀ ਦੀ ਸ਼ਕਲ ਵੀ ਨਹੀਂ ਸੀ ਤੱਕੀ। ਉਹ ਪਰਦੇ ਓਲੇ ਰੋਈ ਜਾਂਦੀ ਸੀ, ਸੋਚੀ ਜਾਂਦੀ ਸੀ, ਜੀਵਨ 'ਚ ਬੀਤੀਆਂ ਗੱਲਾਂ ਨੂੰ ਚੇਤੇ ਕਰੀ ਜਾਂਦੀ ਸੀ। ਲਾਵਾਂ ਹੋ ਗਈਆਂ, ਸਿੱਖਿਆ ਦਿੱਤੀ ਗਈ। ਲਾੜੇ ਸਮੇਤ ਜਾਂਜੀ ਉੱਠ ਕੇ ਬਾਹਰ ਚਲੇ ਗਏ। ਪਿੰਡ ਦੇ ਚੌਂਕ ਵਿੱਚ ਬੁੱਢੇ ਪਿੱਪਲ ਦੇ ਹੇਠਾਂ ਜੰਝ ਦਾ ਉਤਾਰਾ ਸੀ। ਭੰਡ ਤੇ ਨਕਲੀਏ ਆ ਗਏ। ਜਾਂਜੀਆਂ ਦਾ ਮਨ ਪਰਚਾਵਾ ਹੋ ਰਿਹਾ ਸੀ ਕਿ ਇੱਕਦਮ ਸਭ ਦਾ ਧਿਆਨ ਬਾਹਰੋਂ ਆ ਰਹੀ ਗਲੀ ਵੱਲ ਹੋ ਗਿਆ। ਗਲੀ ਵਿੱਚ ਅਨੋਖੇ ਹੀ ਹੁਲੀਏ ਨਾਲ ਮੰਗੋ ਖਲੋਤੀ ਸੀ। ਉਸਦੇ ਸਿਰ ਦੇ ਵਾਲ ਕੱਟੇ ਹੋਏ ਸਨ। ਉਹ ਵੀ ਮਿੱਟੇ ਘੱਟੇ ਭਰੇ ਖਰਵੇਂ ਤੇ ਕੰਡਿਆਂ ਵਾਂਗ ਖਲੋਤੇ ਸਨ। ਉਸਦੇ ਗਲ ਲੀਰਾਂ ਦਾ ਬੁੱਕ ਕੁੜਤਾ ਸੀ। ਉਹਦਾ ਕੁੜਤਾ ਮੈਲਾ ਤੇ ਥਿੰਦਾ ਸੀ।
ਤਨ ਨੂੰ ਬੁਰਾ ਨਹੀਂ ਕੱਜ ਸਕਦਾ। ਮੰਗੋ ਦੀਆਂ ਛਾਤੀਆਂ ਅੱਧੀਆਂ ਕੱਜੀਆਂ ਸਨ। ਕਿਤਿਓਂ ਕਿਤਿਓਂ ਪਿੰਡਾ ਦਿਸਦਾ ਸੀ। ਖੱਦਰ ਦੀ ਕਾਲੀ ਤੇੜ ਸਲਵਾਰ ਸੀ। ਉਹਦੇ ਰੰਗ ਨੂੰ ਮੈਲ ਨੇ ਲੁਕੋਇਆ ਹੋਇਆ ਸੀ। ਹੱਥ ਵਿੱਚ ਇੱਕ ਬੇਰੀ ਦੀ ਸੋਟੀ, ਸਿਰ ਤੇ ਪੈਰਾਂ ਤੋਂ ਨੰਗੀ, ਅੱਖਾਂ ਲਾਲ, ਚਿਹਰੇ ਤੇ ਮੈਲ ਦੀਆਂ ਘਰਾਲਾਂ ਸਨ। ਬੁੱਲ੍ਹਾਂ ਉੱਤੇ ਪਿੱਪੜੀ ਜੰਮੀ ਹੋਈ ਸੀ। ਲੋਕਾਂ ਦਾ ਧਿਆਨ ਉਸ ਵੱਲ ਸ਼ਾਇਦ ਨਾ ਹੀ ਜਾਂਦਾ ਜੇ ਉਹ ਖਿੜਖਿੜਾ ਕੇ ਹੱਸਦੀ ਨਾ। ਹਾਸੇ ਦੇ ਨਾਲ ਹੀ ਬੁੱਲੀਆਂ ਬੇਤੁਕੀਆਂ ਬੋਲਣ ਲੱਗ ਪਈਆਂ। ਆ ਗਈ, ਮੈਂ ਆਪਣੇ ਪਿੰਡ ਆ ਗਈ। ਚਿੱਤ ਉੱਭਰ ਰਹੀ ਦੀ, ਤੇਰਾ ਰਾਜ ਨਾ ਫਰੰਗੀਆ ਰਹਿਣਾ, ਤੇਰਾ ਰਾਜ ਨਾ ਫਰੰਗੀਆ ਰਹਿਣਾ, ਜ਼ੁਲਮ ਕਮਾਲਾ ਰੱਜ ਕੇ ਤੇਰਾ ਰਾਜ ਵੇ। ਉਸਨੇ ਹੱਥ ਉੱਚਾ ਕਰਕੇ ਇੱਕ ਗਵਈਏ ਵਾਂਗ ਉੱਚੀ ਹੇਕ ਤੇ ਮਿੱਠੀ ਸੁਰ ਨਾਲ ਟੱਪੇ ਦੀ ਤਰਜ਼ ਤੇ ਗਾਇਆ। ਜੰਝ? ਕਿਸ ਦੀ ਜੰਝ ਆਈ? ਜਾਂਝੀਆਂ ਵੱਲ ਦੇਖ ਕੇ ਉਹ ਬੋਲੀ। ਉਸਨੇ ਬੜੇ ਧਿਆਨ ਨਾਲ ਸਾਰੇ ਜਾਂਝੀਆਂ ਵੱਲ ਦੇਖਿਆ। ਇਹ ਤਾਂ ਮੰਗੋ ਹੈ, ਮੰਗੋ ਮੈਰੀ, ਧਰਮੇ ਦੀ ਮਾਂ। ਪਿੰਡ ਦੇ ਬੰਦਿਆਂ ਨੇ ਰੌਲਾ ਪਾ ਦਿੱਤਾ। ਉਹ ਜਿਸ ਨੂੰ ਡਾਕੂ ਚੁੱਕ ਕੇ ਲੈ ਗਏ ਸਨ। ਇਹ ਪਾਗਲ ਹੋ ਗਈ। ਮੰਗੋ ਪਾਗਲ? ਲੋਕਾਂ ਦੇ ਬੋਲਾਂ ਨੂੰ ਮੰਗੋ ਨੇ ਸੁਣ ਲਿਆ। ਪਾਗਲ ਦੇ ਕੰਨ ਬੜੇ ਪਤਲੇ ਹੁੰਦੇ ਹਨ। ਉਹ ਸੁਣ ਕੇ ਬੋਲੀ, ਕੌਣ ਆਖਦਾ ਮੈਂ ਪਾਗਲ ਆਂ? ਇਹ ਆਖਦੀ ਹੋਈ ਉਹ ਅੱਗੇ ਨਿਕਲ ਗਈ। ਪਿੰਡ ਦੇ ਨਿਆਣੇ ਉਸਦੇ ਮਗਰ ਲੱਗ ਗਏ। ਉਸਦੀ ਹਾਲਤ ਬੜੀ ਤਰਸਯੋਗ ਸੀ। ਸਮਝਦਾਰ ਦੇਖ ਕੇ ਅਥਰੂ ਕੇਰਨ ਲੱਗੇ ਤੇ ਮੂਰਖ ਹੱਸਣ। ਮੰਗੋ ਨੇ ਪਿੰਡ ਨੂੰ ਸਿਆਣ ਲਿਆ। ਆਪਣੇ ਘਰ ਨੂੰ ਦੇਖਿਆ ਜਿਹੜਾ ਢੱਠਾ ਹੋਇਆ ਖੋਲਾ ਬਣ ਗਿਆ ਸੀ ਤੇ ਪੁਲਿਸ ਵਾਲਿਆਂ ਨੇ ਢਾਹ ਢੇਰੀ ਕੀਤਾ ਸੀ। ਨਿਹਾਲੋ ਦੀ ਮਾਸੀ, ਉਸਦੀ ਮਾਤਾ, ਪਿੰਡ ਦੀਆਂ ਤੀਵੀਆਂ ਨੇ ਮੰਗੋ ਨੂੰ ਦੇਖਿਆ। ਉਸਦੀ ਮੰਦੀ ਦਸ਼ਾ ਤੇ ਅਥਰੂ ਕੇਰੇ। ਸਰਕਾਰ ਨੂੰ ਮੰਦੇ ਬੋਲ ਬੋਲੇ। ਮਰ ਗਏ ਸ਼ਾਮੇ ਅਮਲੀ ਨੂੰ ਗਾਲਾਂ ਦਿੱਤੀਆਂ ਤੇ ਉਸ ਨੂੰ ਬਿਠਾ ਕੇ ਕੁਝ ਖਵਾਉਣ ਲੱਗੀਆਂ। ਜੰਝ ਨੂੰ ਰੋਟੀ ਖਵਾਈ ਗਈ। ਡੋਲੀ ਤੋਰਨ ਦੀ ਤਿਆਰੀ ਹੋਈ। ਚੀਕਾਂ ਮਾਰਦੀ ਨਿਹਾਲੋ ਨੂੰ ਭਰਾ ਨੇ ਚੁੱਕ ਕੇ ਡੋਲੀ ਵਿੱਚ ਬਿਠਾਇਆ ਹੀ ਸੀ ਕਿ ਪੁਲਿਸ ਦੀ ਧਾੜ ਆ ਗਈ। ਰੰਗ 'ਚ ਭੰਗ ਪੈ ਗਿਆ। ਸਾਰੇ ਪਿੰਡ ਨੂੰ ਘੇਰ ਲਿਆ। ਜਾਂਝੀਆਂ ਨੂੰ ਬਿਠਾ ਲਿਆ ਤੇ ਇੱਕ ਇੱਕ ਆਦਮੀ ਦੀ ਸ਼ਨਾਖਤ ਹੋਣੀ ਸ਼ੁਰੂ ਹੋਈ। ਨਿਹਾਲੋ ਦਾ ਪਿਤਾ ਸੋਹਣ ਸਿੰਘ, ਭਰਾ ਨਿਹਾਲ ਸਿੰਘ ਤੇ 2 ਜਾਂਝੀ ਪੁਲਿਸ ਨੇ ਫੜ ਲਏ। ਇਹ ਬੱਬਰਾਂ ਦੇ ਸਾਥੀ ਹਨ। ਜ਼ੈਲਦਾਰ ਦੇ ਪੁੱਤਰ ਦੇ ਸਾੜਨ ਵਿੱਚ ਇਹਨਾਂ ਦਾ ਹੱਥ ਹੈ। ਕਿਸੇ ਝੋਲੀ ਚੁੱਕ ਨੇ ਥਾਣੇ ਇਤਲਾਹ ਦਿੱਤੀ ਸੀ। ਪਿੰਡ ਦੀ ਤਲਾਸ਼ੀ ਹੋਈ। ਹੋਰ ਕੋਈ ਆਦਮੀ ਸ਼ੱਕੀ ਨਾ ਮਿਲਿਆ। ਚੌਹਾਂ ਨੂੰ ਬਿਠਾ ਕੇ ਜੰਝ ਨੂੰ ਤੁਰਨ ਦਾ ਹੁਕਮ ਦੇ ਦਿੱਤਾ। ਨਿਹਾਲੋ ਨੇ ਸੁਣ ਲਿਆ ਕਿ ਉਸਦੇ ਪਿਤਾ ਤੇ ਭਰਾ ਨੂੰ ਫੜ ਲਿਆ ਗਿਆ ਸੀ। ਉਸਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਰਾਮ ਸਿੰਘ ਤੇ ਧਰਮ ਸਿੰਘ ਪਿੰਡੋਂ ਨਿਕਲ ਗਏ ਸਨ। ਉਹ ਪੁਲਿਸ ਦੇ ਹੱਥ ਨਹੀਂ ਆਏ ਸਨ। ਡੋਲੀ ਵਿੱਚ ਬੈਠੀ ਹੋਈ ਨਿਹਾਲੋ ਚੀਕਾਂ ਮਾਰਦੀ ਹੋਈ ਵੀਰ ਤੇ ਬਾਪ ਦਾ ਖਿਆਲ ਕਰਕੇ ਲਹੂ ਦੇ ਅਥਰੂ ਕੇਰਦੀ ਸਹੁਰੇ ਤੁਰ ਗਈ। ਸਾਰੇ ਆਦਮਪੁਰ ਵਿੱਚ ਸੋਗ ਛਾ ਗਿਆ। ਹਾਸੇ ਖੁਸ਼ੀ ਤੇ ਮਖੌਲ ਦੀ ਥਾਂ ਡਰ, ਮੌਤ ਦਾ ਡਰ, ਲੁੱਟ ਦਾ ਡਰ ਤੇ ਨਿਰਾਦਰੀ ਦਾ ਡਰ ਸੀ। ਸਾਰੇ ਥਰ ਥਰ ਕੰਬਣ ਲੱਗੇ। ਪੁਲਿਸ ਪਿੰਡ ਵਾਲਿਆਂ ਨੂੰ ਪੁੱਛਣ ਲੱਗੀ, ਰਾਮ ਸਿੰਘ ਤੇ ਧਰਮ ਸਿੰਘ ਤੁਸਾਂ ਦੇ ਪਿੰਡ ਆਏ ਸਨ, ਕਿੱਥੇ ਹਨ? ਦੱਸੋ ਕਿਸ ਦੇ ਘਰ ਰਹੇ ਸੀ, ਕਿਸ ਨੂੰ ਮਿਲੇ ਸੀ? ਪਰ ਸਾਰੇ ਚੁੱਪ ਸਨ। ਧੰਨਵਾਦ।